ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਗੱਲਬਾਤ ਕਰਨੀ ਹੈ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਉਹਨਾਂ ਦੇ ਨਾਲ। ਅਸੀਂ ਬਾਈ ਵੀਕਲੀ 2 ਹਫ਼ਤੇ ਬਾਅਦ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਰੀਅਲ ਸਟੇਟ ਦੇ ਮੁੱਦੇ ਦੇ ਉੱਤੇ। ਰੀਅਲ ਸਟੇਟ ਦਾ ਮੁੱਦਾ ਬਹੁਤ ਮਹੱਤਵਪੂਰਨ ਆ, ਖਾਸ ਕਰਕੇ ਇਸ ਵੇਲੇ ਉਦੋਂ ਜਦੋਂ ਕੋਵਿਡ-19 ਦੀਆਂ ਰੈਸਟ੍ਰਿਕਸ਼ਨਸ ਹਟ ਰਹੀਆਂ। ਇੱਕ ਇੱਕ ਕਰਕੇ ਮਾਸਕ ਹਟ ਗਏ ਆ, ਕੁਛ ਹੋਰ ਬਹੁਤ ਸਾਰੀਆਂ ਪਾਬੰਦੀਆਂ ਹਟ ਗਈਆਂ, ਮਾਰਕੀਟ ਖੁੱਲ੍ਹ ਰਹੀ ਹੈ। ਜਿਹੜੇ ਓਪਨ ਹਾਊਸਿਸ ਪਹਿਲਾਂ ਨਹੀਂ ਹੁੰਦੇ ਸੀ, ਇੱਕ ਇੱਕ ਕਰਕੇ ਜਾਣਾ ਪੈਂਦਾ ਸੀ, ਹੋਰ ਬਹੁਤ ਸਾਰੀਆਂ ਪਾਬੰਦੀਆਂ ਸੀ, ਉਹ ਹਟ ਰਹੀਆਂ। ਕੋਵਿਡ ਜਦੋਂ ਸ਼ੁਰੂ ਹੋਇਆ ਸੀ ਉਸ ਵੇਲੇ ਇਸ ਗੱਲ ਦਾ ਅੰਦਾਜ਼ਾ ਇੱਕ ਸਧਾਰਨ ਵਿਅਕਤੀ ਵੀ ਇਹ ਗੱਲ ਦਾ ਅੰਦਾਜ਼ਾ ਲਾ ਰਿਹਾ ਸੀ ਜਾਂ ਉਹਦੀ ਸਮਝ ਇਹ ਕਹਿੰਦੀ ਸੀ ਵੀ ਇਹ ਘਰਾਂ ਦੀ ਮਾਰਕੀਟ ਹੁਣ ਜੇ ਪਿੱਛੇ ਨੂੰ ਨਹੀਂ ਜਾਣੀ ਤਾਂ ਰੁਕ ਜਾਣੀ ਹੈ, ਇਹ ਵਧਣੀ ਨਹੀਂ। ਇਸ ਗੱਲ ਦੀ ਆਸ ਨਹੀਂ ਸੀ ਕਿਸੇ ਨੂੰ, ਕਿਉਂਕਿ ਕੁਦਰਤੀ ਆ ਲੋਕਾਂ ਦੇ ਕੋਲ ਸੰਕਟ ਸੀ, ਪੈਸਾ ਧੇਲਾ ਹੈ ਨਹੀਂ, ਨੌਕਰੀਆਂ ਚਲੇ ਗਈਆਂ, ਬਾਹਰ ਨਿਕਲ ਨਹੀਂ ਸਕਦੇ, ਬੁਰੀ ਹਾਲਤ ਸੀ। ਇਹ ਇੱਕ ਜਿਹੜੀ ਪੈਸ਼ਨ ਗੋਈ ਸੀ ਵਿਦਵਾਨਾਂ ਦੀ ਵੀ ਕਿ ਹੁਣ ਮਾਰਕੀਟ ਡਿੱਗ ਜਾਊਗੀ ਜਾਂ ਘਰ ਕੋਲ ਰੁਕ ਜਾਣਗੇ, ਵੀ ਇਹ ਕੰਮ ਵੱਲ ਧਿਆਨ ਹੀ ਨਹੀਂ ਕਿਸੇ ਦਾ ਜਾਣਾ। ਬਹੁਤ ਉਲਟਾ ਹੋਇਆ, ਇੱਕਦਮ ਘਰਾਂ ਦੀਆਂ ਕੀਮਤਾਂ ਵਧਣ ਲੱਗ ਪਈਆਂ, ਅਜੇ ਤੱਕ ਵਧੀ ਜਾਂਦੀਆਂ, ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਰੁਕੀਆਂ ਆ। ਤਾਂ ਹੁਣ ਇਸ ਵੇਲੇ ਕੋਵਿਡ ਜਿਹੜਾ ਆ ਉਹ ਖਤਮ ਹੋ ਰਿਹਾ, ਅਸੀਂ ਉਹਦੇ ਖਾਤਮੇ ਵੱਲ ਚਲੇ ਗਏ ਹਾਂ। 70% ਤੋਂ ਉੱਤੇ ਵੈਕਸੀਨ ਕੈਨੇਡਾ ਦੇ ਵਿੱਚ ਹੋ ਗਈ ਆ। ਇਹਦੇ ਤੋਂ ਬਾਅਦ ਫਲਾਈਟਸ ਖੁੱਲ੍ਹ ਰਹੀਆਂ, ਕੁਆਰੰਟੀਨ ਖਤਮ ਹੋ ਰਹੇ ਆ। ਹੁਣ ਇੱਕ ਸਧਾਰਨ ਬੁੱਧੀ ਵਾਲਾ ਵਿਅਕਤੀ ਵੀ ਇਹ ਗੱਲ ਕਹੂਗਾ ਕਿ ਹੁਣ ਮਾਰਕੀਟ ਹੋਰ ਜ਼ਿਆਦਾ ਵਧਣੀ ਹੈ। ਕੀ ਇਹ ਇਸ ਤਰ੍ਹਾਂ ਹੋਣਾ ਹੈ? ਇਹਦਾ ਕੀ ਹਿਸਾਬ ਕਿਤਾਬ ਆ? ਘਰਾਂ ਦੀ ਮਾਰਕੀਟ ਦਾ ਕੋਵਿਡ ਦੇ ਨਾਲ ਕੋਈ ਸੰਬੰਧ ਸੀਗਾ? ਕੀ ਇੰਟਰਸਟ ਰੇਟ ਇੱਕ ਫੈਕਟਰ ਸੀਗਾ ਇਹਦੇ ਵਿੱਚ ਸਭ ਤੋਂ ਵੱਡਾ? ਔਰ ਦੂਜੀ ਗੱਲ, ਇਹ ਜਿਹੜਾ ਵਰਤਾਰਾ ਚੇਂਜ ਹੋਇਆ ਇਹ ਲੋਕਲੀ ਨਹੀਂ ਹੋਇਆ ਵੀ ਜੇ ਘਰਾਂ ਦੀ ਮਾਰਕੀਟ, ਇਸ ਘਰਾਂ ਦੀਆਂ ਕੀਮਤਾਂ ਵਧੀਆਂ ਕੋਵਿਡ ਦੇ ਦੌਰਾਨ ਤਾਂ ਇਹ ਇਕੱਲੇ ਫਰੇਜ਼ਰ ਵੈਲੀ, ਲੋਅਰ ਮੇਨਲੈਂਡ, BC ਦੇ ਵਿੱਚ ਨਹੀਂ ਵਧੀਆਂ, ਕੈਨੇਡਾ 'ਚ ਵਧੀਆਂ, ਅਮਰੀਕਾ 'ਚ ਵਧੀਆਂ, ਲਗਭਗ ਸਾਰੀਆਂ ਥਾਵਾਂ ਦੇ ਉੱਤੇ ਘਰਾਂ ਦੀਆਂ ਕੀਮਤਾਂ ਉੱਤੇ ਗਈਆਂ। ਸੋ ਕੀ ਕਾਰਨ ਹੋ ਸਕਦੇ ਆ? ਅਤੇ ਇਸ ਵੇਲੇ ਅਸੀਂ ਦੇਖਦੇ ਹਾਂ ਇੱਥੇ ਸਰੀ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮਾਰਕੀਟ ਦੀ ਕੀ ਸਥਿਤੀ ਹੈ, ਕੀ ਹੁਣ ਘਰ ਵੇਚਣ ਅਤੇ ਖਰੀਦਣ ਦਾ ਸਹੀ ਸਮਾਂ ਆ, ਕੀ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਘਰ ਵੇਚ ਰਹੇ ਆ, ਹੁਣ ਉਹਨਾਂ ਨੂੰ ਇੱਦਾਂ ਲੱਗਣ ਲੱਗ ਪਿਆ ਕਿ ਮਾਰਕੀਟ ਜਿਹੜੀ ਆ ਕਿਤੇ ਨਾ ਕਿਤੇ ਘਟ ਨਾ ਜਾਣ ਕੀਮਤਾਂ, ਖਾਸ ਕਰ ਟਾਊਨ ਹਾਊਸਿਸ ਵਗੈਰਾ ਲੋਕਾਂ ਨੇ ਆਮ ਅਸੀਂ ਸੁਣਦੇ ਹਾਂ ਕਿ ਵੇਚਣੇ ਸ਼ੁਰੂ ਕਰਤੇ। ਜਿਹੜਾ 6-6.5 ਲੱਖ ਦਾ ਸੀ 8 ਲੱਖ ਦਾ ਵਿਕ ਗਿਆ, 7.5 ਲੱਖ ਦਾ ਵਿਕ ਗਿਆ। ਇਹ ਟਰੈਂਡ ਕੀ ਆ ਅਤੇ ਆਉਣ ਵਾਲੇ ਸਮੇਂ ਵਿੱਚ ਇਹਦੇ ਬਾਰੇ ਕੀ ਭਵਿੱਖਬਾਣੀ ਅਸੀਂ ਕਰ ਸਕਦੇ ਹਾਂ? ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਜਸਕਰਨ ਜੀ ਅਤੇ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਕੀ ਲੱਗਦਾ ਹੁਣ, ਮਤਲਬ ਕੋਵਿਡ ਸ਼ੁਰੂ ਹੋਇਆ ਸੀ ਤਾਂ ਮਾਰਕੀਟ ਉੱਤੇ ਗਈ ਸੀ, ਹੁਣ ਕੀ ਇਹਦਾ ਉਲਟਾ ਹੋਊਗਾ ਜਾਂ ਹੋਰ ਮਾਰਕੀਟ ਉੱਤੇ ਜਾਊਗੀ? ਦਰਅਸਲ ਪਹਿਲਾਂ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਉਦੋਂ ਵੀ ਜਿਹੜੇ ਅੰਦਾਜ਼ੇ ਸਨ ਸਹੀ ਨਹੀਂ ਸਨ। ਲੋਕਾਂ ਦੇ ਦਿਮਾਗ 'ਚ ਇਹ ਚੱਲਦਾ ਸੀ ਕਿ ਹੁਣ ਕੋਵਿਡ ਸ਼ੁਰੂ ਹੋਇਆ ਅਤੇ ਬਸ ਹੁਣ ਮਾਰਕੀਟ ਥੱਲੇ ਜਾਊ, ਹੁਣ ਕੁਛ ਹੋਣਾ ਹੀ ਨਹੀਂ, ਵਿਕਣਾ ਹੀ ਨਹੀਂ, ਲੋਕ ਘਰਾਂ 'ਚ ਬੰਦ ਹੋ ਗਏ। ਹੋਇਆ ਇਸ ਦੇ ਉਲਟ। ਇਸ ਗੱਲ ਨੇ ਬਲਕਿ ਇੱਕ ਮਾਰਕੀਟ ਨੂੰ ਹੁੰਗਾਰਾ ਅਤੇ ਹੁਲਾਰਾ ਦਿੱਤਾ। ਉਸ ਦੌਰਾਨ ਪ੍ਰੋਪਰਟੀ ਜਿਨ੍ਹਾਂ ਨੇ ਵੇਚਣੀਆਂ ਸੀ ਵੇਚੀਆਂ ਵੀ, ਖਰੀਦਣੀਆਂ ਸੀ ਖਰੀਦੀਆਂ ਵੀ। ਉਹਦਾ 2-3 ਕਾਰਨ ਸਨ। ਇੱਕ ਤਾਂ ਥੋੜ੍ਹੀ ਬਹੁਤੀ ਸਹੂਲਤ ਮਿਲ ਗਈ ਲੋਕਾਂ ਨੂੰ, ਫਾਈਨੈਂਸ਼ਲੀ ਜਿਹੜੀ ਹੈ ਸਰਕਾਰ ਨੇ ਵੀ ਮਦਦ ਕੀਤੀ, ਅਤੇ ਉਸ ਤੋਂ ਇਲਾਵਾ ਇੰਟਰਸਟ ਰੇਟ ਵੀ ਜਿਹੜਾ ਕੋਵਿਡ ਦੇ ਪ੍ਰਭਾਵ ਕਾਰਨ ਥੋੜ੍ਹਾ ਜਿਹਾ ਥੱਲੇ ਆਇਆ। ਜਿਹੜੇ ਸਿਆਣੇ ਖਰੀਦਦਾਰ ਸੀ ਉਹਨਾਂ ਨੇ ਉਸ ਗੱਲ ਨੂੰ ਇਸਤੇਮਾਲ ਕੀਤਾ ਵੀ ਅਸੀਂ, ਸਰਕਾਰ ਨੇ ਚਾਹੇ ਜਿਸ ਮਰਜ਼ੀ ਮਨਸ਼ਾ ਨਾਲ ਹੀ ਕੀਤਾ, ਪਰ ਅਸੀਂ ਇਸ ਦਾ ਫਾਇਦਾ ਜਿਹੜਾ ਇਉਂ ਲਈਏ, ਅਤੇ ਉਹਨਾਂ ਨੇ ਮੌਰਗੇਜ ਕਰਵਾਈ ਅਤੇ ਬਹੁਤ ਪ੍ਰਾਪਰਟੀਆਂ ਵਿਕੀਆਂ। ਤੁਸੀਂ ਦੇਖੋ ਕਿ ਜਿਸ ਤਰ੍ਹਾਂ ਦਾ ਇਹ ਬਹੁਤ ਜ਼ਬਰਦਸਤ ਹੁਲਾਰਾ ਮਾਰਕੀਟ ਦੇ ਵਿੱਚ ਆਇਆ, ਸ਼ਾਇਦ ਪਹਿਲਾਂ ਕਾਫੀ ਸਮਾਂ ਪਹਿਲਾਂ ਦੇਖਣ ਨੂੰ ਮਿਲਿਆ ਸੀ, ਅਤੇ ਨੇੜਲੇ ਭਵਿੱਖ ਦੇ ਵਿੱਚ ਫਿਰ ਵੀ ਇਸ ਦਾ ਪ੍ਰਭਾਵ ਰਹੇਗਾ। ਹੁਣ ਚੰਗੀ ਗੱਲ ਹੈ ਕਿ ਇਸ ਮਹੀਨੇ ਜਦੋਂ ਜੁਲਾਈ ਦੇ ਆਰੰਭ ਤੋਂ ਹੀ ਕੁਝ ਇੱਕ ਰਾਹਤ ਮਿਲੀ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਓਪਨ ਹਾਊਸ ਸ਼ੁਰੂ ਹੋ ਗਏ ਨੇ, ਦੁਬਾਰਾ ਆਮਦ ਸ਼ੁਰੂ ਹੋ ਗਈ। ਕੁਝ ਪਾਬੰਦੀਆਂ ਜਾਂ ਕੁਝ ਸ਼ਰਤਾਂ ਨੇ ਜਿਨ੍ਹਾਂ ਦੇ ਅਨੁਸਾਰ ਤੁਸੀਂ ਜਿੱਥੇ 50% ਦੀ ਜਿਹੜਾ ਕਿਤੇ ਵੀ ਗਿਣਤੀ ਹੈ 100 ਦੀ ਬਜਾਏ 50% ਦੀ ਰੱਖਣੀ ਹੈ, ਆਵਾਜਾਈ 'ਚ ਡਿਸਟੈਂਸ ਬਣਾ ਕੇ ਰੱਖਣਾ ਤੁਹਾਡੇ 'ਤੇ ਮੁਨਸਰ ਕਰਦਾ। ਤੁਸੀਂ ਜੇਕਰ ਮਾਸਕ ਪਾਉਣਾ ਜਾਂ ਨਹੀਂ ਪਾਉਣਾ, ਪਰ ਤੁਸੀਂ ਤੰਦਰੁਸਤ ਹੋਵੋ, ਜੇ ਕੋਈ ਪ੍ਰੋਬਲਮ ਹੈ ਤਾਂ ਜ਼ਰੂਰ ਦੱਸੋ। ਖੈਰ, ਹੁਣ ਫਿਰ ਇਸ ਗੱਲ ਦਾ ਜਿਹੜਾ ਉਸਾਰੂ ਰਵੱਈਆ ਜਿਹੜਾ ਲੋਕਾਂ 'ਚ ਆ ਰਿਹਾ। ਇਹ ਗੱਲ ਵੱਖ ਹੈ ਕਿ ਇੰਟਰਸਟ ਰੇਟ ਜਿਹੜਾ ਹੈ ਉਹ ਜ਼ਰੂਰ ਵਧਿਆ, ਉਹਨੇ ਥੋੜ੍ਹਾ ਬਹੁਤਾ ਲੋਕਾਂ ਨੂੰ ਦਬਾਇਆ ਹੋਇਆ, ਪਰ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੇ ਉੱਠਣਾ, ਖਰੀਦਣ ਤੋਂ ਬਗੈਰ ਕੋਈ ਚਾਰਾ ਨਹੀਂ ਹੈ। ਅਤੇ ਪਲੱਸ ਜਦੋਂ ਬਾਹਰਲੇ ਦੇਸ਼ਾਂ 'ਚੋਂ ਆਉਣੇ ਜਿਹੜੇ ਆ ਸਾਡੇ ਕੋਈ ਵੀ, ਚਾਹੇ ਹਾਂਗਕਾਂਗ ਕਹਿ ਲਓ ਜਾਂ ਫਿਰ ਕੋਈ ਵੀ, ਉੱਥੋਂ ਲੋਕ ਆਉਣੇ ਸ਼ੁਰੂ ਹੋ ਗਏ, ਉਹਨਾਂ ਨੇ ਵੀ ਮਾਰਕੀਟ ਨੂੰ ਇੱਕ ਚੰਗਾ ਹੁੰਗਾਰਾ ਦੇਣਾ। ਸੋ ਉਹਦੇ ਨਾਲ ਮਾਰਕੀਟ ਦਾ ਜਿਹੜਾ ਭਵਿੱਖ ਹੈ ਉਸਾਰੂ ਲੱਗਦਾ। ਸੋ ਇਹੋ ਜਿਹੀਆਂ ਕਿਆਸਰਾਈਆਂ ਗਲਤ ਨੇ ਕਿ ਮਾਰਕੀਟ ਦਾ ਜਿਹੜਾ ਕੋਈ ਨੁਕਸਾਨ ਹੋਏਗਾ
ਜਾਂ ਡਿੱਗ ਪਏਗੀ, ਐਸਾ ਨਹੀਂ ਹੈ। ਡਾਕਟਰ ਸਾਹਿਬ ਦੋਵੇਂ ਪਾਸੇ ਨੇ, ਉਹ ਸਾਰੂ ਅਸੀਂ ਕੇਸ ਪੱਖ ਤੋਂ ਕਹਿ ਰਹੇ ਹਾਂ। ਇੱਕ ਬੰਦਾ ਤਾਂ ਬੈਠਾ ਜਿਹੜਾ ਬੇਸਮੈਂਟ ਦੇ ਵਿੱਚ ਉਹਨੇ ਘਰ ਲੈਣਾ ਉਡੀਕ ਕਰ ਰਿਹਾ ਵੀ ਥੋੜਾ ਜਿਹਾ ਸਸਤਾ ਹੋਵੇ, ਕੀ ਉਹਦੇ ਲਈ ਉਸਾਰੀ ਹੋਊਗੀ? ਜਾਂ ਜਿਹੜੇ ਪਹਿਲਾਂ ਹੀ ਇੱਕ ਤਿੰਨ ਘਰ ਲੈ ਕੇ ਬੈਠੇ ਆ ਉਹ ਹੋਰ ਮਹਿੰਗੇ ਹੋ ਜਾਣਗੇ, ਉਹਨਾਂ ਲਈ ਉਸਾਰੂ ਹੋਏਗੀ? ਜਿੱਥੋਂ ਤੱਕ ਤਾਂ ਇਨਵੈਸਟਮੈਂਟ ਵਾਲੀ ਪ੍ਰਾਪਰਟੀ ਹੈ, ਜਿਹੜੀ ਇਨਵੈਸਟਮੈਂਟ ਵਾਲੀ ਪ੍ਰਾਪਰਟੀ ਜਿਨ੍ਹਾਂ ਲੋਕਾਂ ਨੇ ਇੱਕ ਤੋਂ ਵੱਧ ਪ੍ਰਾਪਰਟੀਆਂ ਬਣਾਈਆਂ, ਉਹ ਤਾਂ ਹਮੇਸ਼ਾ ਦੇਖਦੇ ਨੇ ਕਿ ਮਾਰਕੀਟ ਦੇ ਵਿੱਚ ਜਦੋਂ ਬਹੁਤ ਜ਼ਬਰਦਸਤ ਹੁੰਗਾਰਾ ਆਇਆ ਉਸ ਵੇਲੇ ਅਸੀਂ ਵੇਚ ਗਏ, ਅਤੇ ਜਦੋਂ ਮਾਰਕੀਟ ਰੁਕ ਗਈ ਹੈ ਉਦੋਂ ਖਰੀਦ ਗਏ। ਹੁਣ ਜਿਹੜੇ ਲੋਕਾਂ ਦੇ ਵਿੱਚ ਇਹ ਹੈ ਕਿ ਮਈ ਜੂਨ ਦੇ ਵਿੱਚ ਮਾਰਕੀਟ ਥੋੜ੍ਹੀ ਜਿਹੀ ਸਲੋਅ ਹੋਈ ਪਹਿਲੇ ਨਾਲੋਂ, ਅਤੇ ਉਸ ਵੇਲੇ ਬਹੁਤੇ ਜ਼ਿਆਦਾ ਜਿਹੜੇ ਖਰੀਦਦਾਰ ਆਮ ਸੋਚ ਵਾਲੇ ਜਿਹੜੇ ਹੁੰਦੇ ਆ ਕਹਿੰਦੇ ਹੁਣ ਤਾਂ ਕੰਮ ਠੀਕ ਨਹੀਂ ਗਾ, ਉਹ ਬੰਦਾ ਉਦੋਂ ਹੀ ਪ੍ਰਾਪਰਟੀ ਚੱਕਦਾ। ਅੱਛਾ ਜੀ। ਉਹਦੀ ਸਕੀਮ ਹੁੰਦੀ ਆ ਵੀ ਜਦੋਂ ਮਾਰਕੀਟ 'ਚ ਕੋਈ ਬਾਹਰ ਅੰਦਰ ਨਹੀਂ ਜਾਂਦਾ, ਘਰ ਲੱਗੇ ਆ, ਕਈ ਦਿਨ ਵਿਕਦੇ ਨਹੀਂ, ਕੋਈ ਦੇਖਣ ਨਹੀਂ ਆਉਂਦਾ, ਉਦੋਂ ਉਟਾਉਂਦਾ ਵੀ ਹੁਣ ਮੈਂ ਨਬਜ਼ ਪਛਾਣਾ, ਕਿਉਂਕਿ ਹੁਣ ਗੱਲ ਬਣੇਗੀ। ਜਿਹੜਾ ਇਨਵੈਸਟਰ ਆ ਉਹਨੇ ਉਦੋਂ ਗੱਲ ਕਰਨੀ ਆ, ਅਤੇ ਮੁੜ ਕੇ ਜਦੋਂ ਥੋੜ੍ਹਾ ਜਿਹਾ ਜੰਪ ਹੋਇਆ ਉਦੋਂ ਕੱਢ ਕੇ ਗਾਂਹ ਹੋਣਾ। ਇਹ ਮੋਹ ਪਿਆਰ ਪ੍ਰਾਪਰਟੀ ਵਾਲੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਵੈਸੇ ਵੀ ਅਸੀਂ ਜੱਦੀ ਪਿੰਡ ਨਗਰ ਸਾਰੇ ਛੱਡਿਆ ਏ, ਠੀਕ ਹੈ। ਜੇਕਰ ਇਹ ਵੀ ਇੱਕ ਜ਼ਰੀਆ ਹੈ ਆਰਥਿਕ ਤੌਰ 'ਤੇ, ਅਸੀਂ ਦਿਨ ਬ ਦਿਨ ਜਿਵੇਂ ਨੌਕਰੀ ਪੇਸ਼ਾ ਲੋਕ ਨੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ। ਸਾਲ ਦੇ ਵਿੱਚ ਪੂਰਾ ਸਾਲ ਲੱਗੇ ਰਹੋ, ਕਦੇ $50,000 ਜੁੜ ਜਾਏਗਾ, ਸਵਾਲ ਨਹੀਂ ਪੈਦਾ ਹੁੰਦਾ, ਨਾਲੋਂ ਨਾਲ ਹੈਂਡ ਟੂ ਮਾਊਥ ਹੀ ਹੈ। ਪਰ ਉਹੀ ਵਿਅਕਤੀ ਜਦੋਂ ਕੋਈ ਸਹੀ ਸੋਚ ਸਮਝ ਕੇ ਇਨਵੈਸਟਮੈਂਟ ਕਰ ਲੈਂਦਾ, ਉਹਨੂੰ ਸਾਲ ਦੇ ਵਿੱਚ 50,000 ਇਕੱਠਾ ਹੀ ਮਿਲ ਜਾਂਦਾ, ਅਤੇ ਉਸ ਤੋਂ ਬਾਅਦ ਉਹ ਜਿਹੜਾ ਮੁਸ਼ਕਿਲ ਵਾਲਾ ਟਾਈਮ ਨਿਕਲ ਜਾਂਦਾ। ਇਹ ਆ ਜ਼ਰੂਰ ਅੱਖਾਂ ਖੋਲ੍ਹ ਕੇ ਚੱਲੋ, ਸੁਚੇਤ ਹੋਵੋ। ਪਰ ਜਦੋਂ ਲੋਕਾਂ ਨੂੰ ਇਉਂ ਲੱਗਦਾ ਹੈ ਕਿ ਮਾਰਕੀਟ ਡੈਡ ਆ, ਇਨਵੈਸਟਰ ਜਿਹੜਾ ਸੂਝਵਾਨ ਆ ਬੰਦਾ ਉਦੋਂ ਖਰੀਦਦਾ, ਅਤੇ ਜਦੋਂ ਮਾਰਕੀਟ ਤੱਤੀ ਹੁੰਦੀ ਹੈ ਉਦੋਂ ਵੇਚ ਕੇ ਪਰਾਂ ਹੁੰਦਾ। ਇੱਕ ਡਾਕਟਰ ਸਾਹਿਬ, ਜਿਹੜੀ ਕੋਵਿਡ ਦੇ ਦੌਰਾਨ ਘਰਾਂ ਦੀਆਂ ਕੀਮਤਾਂ ਵਧੀਆਂ ਸੀ, ਉਹਦਾ ਮੁੱਖ ਕਾਰਨ ਹੁਣ ਤੱਕ ਜਿੰਨਾ ਕੁ ਅਸੀਂ ਸੁਣਿਆ ਇੰਟਰਸਟ ਰੇਟ ਦੱਸ ਰਹੇ ਆ ਕਿ ਇੰਟਰਸਟ ਰੇਟ ਇੰਨੇ ਘਟ ਗਿਆ ਕਿ ਲੋਕਾਂ ਨੇ ਮਾਰਕੀਟ ਦੇ ਵਿੱਚੋਂ ਇਹ ਚੀਜ਼ ਖਰੀਦਣੀ ਸ਼ੁਰੂ ਕਰ ਦਿੱਤੀ। ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਹਜੇ ਵੀ ਉਨੇ ਜ਼ਿਆਦਾ ਨਹੀਂ ਗਏ, ਮਤਲਬ ਹਿਸਟੋਰਿਕ ਹਾਈ ਨਹੀਂ ਆ, ਥੋੜ੍ਹੇ ਬਹੁਤੇ ਵਧੇ ਆ, ਇਹ ਵੱਡਾ ਫੈਕਟਰ ਰਹੂਗਾ? ਅਤੇ ਦੂਜੀ ਗੱਲਬਾਤ ਇਹ ਕਹੀ ਜਾ ਰਹੀ ਹੈ ਇੱਕ ਕਿ ਹੁਣ ਜਦੋਂ ਇਹ ਕੋਵਿਡ ਠੀਕ ਹੋ ਗਿਆ, ਇਹਦੇ ਤੋਂ ਬਾਅਦ ਲੋਕਾਂ ਨੇ ਦੇਖਣਾ ਆ ਕਿ ਕਿੱਥੇ ਕੋਵਿਡ ਦੇ ਵਿੱਚ ਜ਼ਿਆਦਾ ਚੰਗੇ ਹਾਲਾਤ ਰਹੇ, ਸਰਕਾਰ ਨੇ ਕਿੱਥੇ ਮਦਦ ਕੀਤੀ, ਸਹੂਲਤਾਂ ਕਿੱਥੇ ਸੀਗੀਆਂ, ਅਤੇ ਕੈਨੇਡਾ ਉਹਨਾਂ ਦੇ ਵਿੱਚੋਂ ਬਿਨਾਂ ਸ਼ੱਕ ਪਹਿਲਿਆਂ ਦੇ ਦੇਸ਼ਾਂ ਦੇ ਵਿੱਚੋਂ ਇੱਕ ਆਉਂਦਾ ਜਿਹਨੇ ਕੋਵਿਡ ਦੌਰਾਨ ਲੋਕਾਂ ਦੀ ਬਾਂਹ ਫੜੀ ਸਰਕਾਰਾਂ ਨੇ। ਕਿ ਹੁਣ ਦੇਖੋ ਜੀ, ਹਾਂਗਕਾਂਗ ਤੋਂ, ਇੰਡੀਆ ਤੋਂ ਵੱਡੇ ਪੈਸੇ ਵਾਲੇ ਲੋਕ ਆਉਣੇ ਆ, ਖਾਸ ਕਰ ਇੱਥੇ ਵੈਨਕੂਵਰ ਸਰੀ ਦੇ ਵਿੱਚ, ਅਤੇ ਉਹਨਾਂ ਨੇ ਆ ਕੇ ਮਤਲਬ ਜਿਹੜੇ ਘਰ ਲੈਣੇ ਆ ਅਤੇ ਉਹਨੇ ਕੀਮਤਾਂ ਹੋਰ ਵਧਾ ਦੇਣੀਆਂ। ਇਹ ਨੰਬਰ 1 ਇੰਟਰਸਟ ਰੇਟ ਵਾਲਾ ਫੈਕਟਰ, ਅਤੇ ਨੰਬਰ 2 ਜਿਹੜੇ ਬਾਹਰੋਂ ਇਨਵੈਸਟਰ ਆਉਣੇ ਆ, ਇਹ ਕਿੰਨਾ ਕੁ ਰੋਲ ਪਲੇ ਕਰਨਗੇ, ਅਤੇ ਇਹਨਾਂ ਦੋਹਾਂ ਦੇ ਵਿੱਚ ਮਾਰਕੀਟ ਨੂੰ ਕਿੱਦਾਂ ਦੇਖਦੇ ਨੇ? ਜਦ ਤੱਕ ਤਾਂ ਮਾਰਕੀਟ ਦੀ ਮਹਿੰਗਾਈ ਦੀ ਗੱਲ ਹੈ, ਕੋਵਿਡ ਤੋਂ ਪਹਿਲਾਂ ਚਲੇ ਜਾਓ, ਇਸੇ ਤਰ੍ਹਾਂ ਹੀ ਸੀ, ਉੱਥੋਂ ਹੀ ਆਉਂਦੇ ਸੀ, ਇਨਵੈਸਟ ਵੀ ਕਰਦੇ ਸੀ, ਕੋਈ ਇਉਂ ਹੈਰਾਨੀ ਵਾਲੀ ਗੱਲ ਹੈ ਨਹੀਂ ਸੀ। ਸਾਰਾ ਜਿਹੜਾ ਸਿਲਸਿਲਾ ਆਮ ਵਾਂਗ ਹੀ ਚੱਲਦਾ ਸੀ। ਹੁਣ ਜਦੋਂ ਖੁੱਲ੍ਹ ਗਿਆ, ਹੁਣ ਵੀ ਕੋਈ ਏਡਾ ਵੱਡਾ ਕੋਈ ਬਹੁਤ ਜ਼ਿਆਦਾ ਕ੍ਰਿਸ਼ਮਾ ਨਹੀਂ ਹੋਣ ਲੱਗਿਆ, ਸਹਿਜ ਮਤੇ ਨਾਲ ਉਵੇਂ ਕੰਮ ਚੱਲਣਾ ਹੈਗਾ। ਇੰਨਾ ਜ਼ਰੂਰ ਹੈ ਕਿ ਜਿਹੜੇ ਇਸ ਗੱਲ ਦੇ ਵਿੱਚ ਬਾਹਰਲੇ ਇਨਵੈਸਟਰ ਬੈਠੇ ਸੀ ਵੀ ਅਸੀਂ ਕਦੋਂ ਇਨਵੈਸਟਮੈਂਟ ਕਰੀਏ, ਉਹ ਇਸ ਗੱਲ ਦਾ ਫਾਇਦਾ ਜ਼ਰੂਰ ਉਠਾਉਣਗੇ ਕਿ ਹੁਣ ਮੌਕਾ ਹੈ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਲੋਕਾਂ ਨੇ ਇੰਟਰਸਟ ਰੇਟ ਵੀ ਦੇਖਣਾ, ਜਿਹੜਾ ਹੁਣ 2-4 ਮਹੀਨੇ ਪਹਿਲਾਂ ਇੰਟਰਸਟ ਰੇਟ ਸੀ, ਹੁਣ ਨਹੀਂ, ਫਰਕ ਪਿਆ। ਜਿਹੜਾ ਵੱਡਾ ਇਨਵੈਸਟਰ ਹੈ ਉਹਨੇ ਸਾਰੇ ਫੈਕਟਰਸ ਦੇਖਣੇ ਆ, ਕਿਉਂਕਿ ਕਮਰਸ਼ੀਅਲ ਪ੍ਰੋਪਰਟੀ, ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਇਨਵੈਸਟਮੈਂਟ ਪ੍ਰੋਪਰਟੀ ਜਾਂ ਰਹਿਣ ਵਾਲੀ ਪ੍ਰੋਪਰਟੀ, ਇਹਨਾਂ ਸਾਰਿਆਂ ਦੇ ਫਰਕ ਆਪਸ ਵਿੱਚ। ਕਮਰਸ਼ੀਅਲ ਪ੍ਰੋਪਰਟੀ ਦੀ ਮਾਰਕੀਟ ਕੁਝ ਡਿਫਰੈਂਟ ਕਿਸਮ ਦੀ ਹੁੰਦੀ ਹੈ। ਉਹਨਾਂ ਦੀ ਜਿਹੜੀ ਇਨਵੈਸਟਮੈਂਟ ਆ ਉਹ ਸੋਚ ਕੇ ਜਿਹੜੇ ਵੱਡੇ ਕਾਫੀ ਚੰਗੇ ਸਰਮਾਏਦਾਰ ਲੋਕ ਨੇ ਉਹਨਾਂ ਨੇ ਉਸ ਨੂੰ ਇਨਵੈਸਟ ਕਰਨਾ। ਉੱਥੇ ਉਹਨਾਂ ਨੇ ਆਪਣੇ ਮਾਪਦੰਡ ਉਹਨਾਂ ਦੇ ਹੁੰਦੇ ਨੇ ਕਿ SFR ਦੀ ਕਿੰਨੀ ਹੈ, ਇਹ ਪ੍ਰੋਪਰਟੀ ਜਿਹੜੀ ਹੈ ਇਹ ਜਦੋਂ ਸਬ ਡਿਵਾਈਡ ਹੋਏਗੀ, ਇਹ 5 ਏਕੜ ਜਾਂ 2 ਏਕੜ ਆ ਜਿਹੜੇ, ਇਸ ਦੀ ਕਿੰਨੀ ਵੈਲਿਊ ਹੋਏਗੀ। ਉਹਨਾਂ ਨੇ ਉਹ ਗਿਣਤੀ ਉਹਨਾਂ ਨੇ 5-7 ਸਾਲ ਅੱਗੇ ਦੀ ਸੋਚ ਕੇ ਚੱਲਣਾ। ਉਹਨੇ ਆਉਣੀ ਕਹਿਣਾ ਵੀ 2022 ਦੇ ਵਿੱਚ ਮਾਰਕੀਟ ਕਿਵੇਂ ਹੋਏਗੀ, ਉਹਨੇ 25-26 ਤੱਕ ਵੀ ਦੇਖਣਾ ਹੈਗਾ। ਸੋ ਉਹਨਾਂ ਨੂੰ ਜੇ ਹੁਣ ਲੱਗਿਆ ਤਾਂ ਉਹਨਾਂ ਨੇ ਕਰ ਲੈਣਾ, ਨਹੀਂ ਜ਼ਰੂਰੀ ਨਹੀਂ ਕਿ ਜਿੰਨੇ ਆਉਣਗੇ ਸਾਰੇ ਇਨਵੈਸਟਮੈਂਟ ਕਰਨਗੇ। ਇੱਕ ਪਲੱਸ ਪੁਆਇੰਟ ਇਹ ਹੈ ਕਿ ਜਿਹੜੇ ਲੋਕ ਪਹਿਲਾਂ ਕਿਰਾਏ ਕੁਛ ਇੱਕ ਮਾਫ ਵੀ ਕੀਤੇ ਸਰਕਾਰਾਂ ਨੇ ਕੋਵਿਡ ਦੇ ਦੌਰਾਨ, ਕਈਆਂ ਨੂੰ ਪੈਸੇ ਵੀ ਦਿੱਤੇ, ਹੁਣ ਉਹ ਪੈਸੇ ਬੰਦ ਹੋਣੇ ਆ ਹੌਲੀ ਹੌਲੀ, ਕਿਤੇ ਨਾ ਕਿਤੇ ਤਾਂ ਹੋਣੇ ਹੀ ਆ, ਅਤੇ ਕਿਰਾਏ ਵੀ ਜੇਬ 'ਚੋਂ ਜਾਣੇ ਸ਼ੁਰੂ ਹੋਣੇ ਆ। ਉਹਦੇ ਰਾਹਤ ਉਸ ਕੰਫਰਟ ਜ਼ੋਨ 'ਚ ਬੈਠੇ ਸੀ, ਕੰਫਰਟ ਜ਼ੋਨ 'ਚੋਂ ਬਾਹਰ ਨਿਕਲਣਗੇ। ਹੁਣ ਉਹਨੇ ਕਹਿਣਾ ਵੀ ਆਹ ਜਿਹੜਾ 2-2 ਹਜ਼ਾਰ ਲੱਗਦਾ, ਹੁਣ ਇਹਦੀ ਬਜਾਏ ਕੁਛ ਨਾ ਕੁਛ ਲੈ ਲਈਏ, ਉੱਠਣਗੇ। ਅਤੇ ਮੈਂ ਵੀ ਸਮਝਦਾ ਕਿ ਜਦੋਂ ਤੁਸੀਂ ਇੱਕ ਕਿਰਾਏ 'ਤੇ ਬੈਠੇ ਹੋ, ਜੇ ਅਫੋਰਡ ਕਰ ਸਕਦੇ ਹੋ, ਚਾਹੇ ਅਪਾਰਟਮੈਂਟ ਲੈ ਲਓ,
ਪਰ ਤੁਹਾਡਾ ਉਹ ਮੌਰਗੇਜ ਲੈ ਰਹੀ ਹੋਵੇ ਤੇ ਪੈਸਾ ਜਿਹੜਾ ਵੇਸਟ ਨਾ ਜਾਵੇ। ਤੇ ਜੇ ਅਪਾਰਟਮੈਂਟ ਲੈ ਕੇ ਤੁਸੀਂ ਥੋੜਾ ਜਿਹਾ ਟਾਊਨ ਹਾਊਸ ਤੱਕ ਜਾ ਸਕਦੇ ਹੋ, ਠੀਕ ਹੈ, ਨਹੀਂ ਤਾਂ ਉਦੋਂ ਦੇਖੋ ਜੇ ਘਰ ਤੱਕ ਤੁਸੀਂ ਜਾ ਸਕਦੇ ਹੋ ਜੇ ਕਪੈਸਿਟੀ ਸਮਰੱਥਾ ਤੁਹਾਡੇ 'ਚ ਹੈ। ਸੋ ਕਿਰਾਏ ਵਾਲੇ ਵਿਅਕਤੀ ਹਮੇਸ਼ਾ ਹੀ ਕੋਸ਼ਿਸ਼ ਹੁੰਦੇ ਆ, ਕਿਉਂਕਿ ਹੁਣ ਇਮੀਗ੍ਰੈਂਟ ਆਉਣਗੇ, ਫਿਰ ਘਰਾਂ ਦੇ ਪਰਿਵਾਰਾਂ ਦੇ ਵਿੱਚ ਗਿਣਤੀ ਵਧਣੀ ਹੈ ਜੀ, ਥਾਂ ਚਾਹੀਦਾ। ਜੇ ਹੁਣ ਕਿਸੇ ਨੇ 2-4 ਹੋਰ ਵੀ ਸਟੂਡੈਂਟ ਵੀ ਬਹੁਤ ਆ ਰਹੇ ਆ, ਰੈਂਟਲ ਪ੍ਰੋਪਰਟੀਜ਼ ਵੀ ਚਾਹੀਦੀਆਂ, ਉਹਨਾਂ ਦੇ ਵਾਸਤੇ ਵੀ ਜਗ੍ਹਾ ਚਾਹੀਦੀ ਹੈ। ਇਨਵੈਸਟਮੈਂਟ ਵਾਲਾ ਆਪ ਨਹੀਂ ਰਹਿਣਾ, ਉਹਨੇ ਵਿਦਿਆਰਥੀਆਂ ਨੂੰ ਦੇ ਦੇਣਾ। ਹੁਣ ਏਰੀਆ ਜਿਹੜਾ ਯੂਨੀਵਰਸਿਟੀ ਸਕੂਲ ਦਾ ਜਾਂ ਉਹ ਸ਼ਹਿਰਾਂ ਦਾ, ਉੱਥੇ ਫਿਰ ਜਿਹੜਾ ਹੈ ਚੰਗਾ ਕਿਰਾਇਆ ਆ ਰਿਹਾ। ਸੋ ਮਾਰਕੀਟ ਦਾ ਸਿਲਸਿਲਾ ਇੰਟਰਸਟ ਰੇਟ ਜਾਂ ਕੋਵਿਡ ਇਕੱਲਾ ਇਹਨਾਂ ਤੱਕ ਨਹੀਂ ਸੀਮਿਤ ਹੁੰਦਾ। ਇੱਕ ਨਿਰੰਤਰਤਾ ਇਹਦੇ ਵਿੱਚ ਹੈ ਕਿ ਲਗਾਤਾਰ ਜਿਹੜੀ ਪ੍ਰੋਪਰਟੀ ਹੈ ਨਾ, ਇੱਕ ਇਹ ਵੀ ਹੈ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਅਸੀਂ ਗੱਲ ਖਾਸ ਕਰ ਸਕਦੇ ਹਾਂ, ਬਾਕੀ ਮੁਲਕਾਂ ਦੇ ਮੁਕਾਬਲਤਨ, ਕਿ ਮਾਰਕੀਟ ਦਾ ਕੋਈ ਇਉਂ ਡਿੱਗਣ ਦਾ ਫਿਕਰ ਨਹੀਂ ਹੁੰਦਾ ਕਿ ਪਤਾ ਨਹੀਂ ਕੱਲ੍ਹ ਨੂੰ ਜੱਗੋਂ 13ਵੀਂ ਹੋ ਜੂ, ਕੀ ਹੋਏਗਾ। ਇਹ ਸਹਿਜ ਮਤੇ ਨਾਲ ਚੱਲਦੀ ਰਹਿੰਦੀ ਹੈ। ਡਾਕਟਰ ਸਾਹਿਬ, ਇੱਕ ਹੋਰ ਗੱਲ ਦੱਸਿਓ, ਜਿਹੜੇ ਮਾਰਕੀਟ ਤੁਸੀਂ ਡਿੱਗਣ ਦਾ ਜ਼ਿਕਰ ਕੀਤਾ, ਅਮਰੀਕਾ ਦੇ ਵਿੱਚ ਜੋ 10-12 ਸਾਲ ਪਹਿਲਾਂ ਵਾਪਰਿਆ ਸੀ, ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਜਿਹੜੀ ਮੌਰਗੇਜ ਦਿੰਦੀਆਂ ਬੈਂਕਾਂ, ਉਹ ਇੰਨੀ ਸੌਖੀ ਨਹੀਂ ਦਿੰਦੀਆਂ, ਬਹੁਤ ਕੁਝ ਕਾਗਜ਼ ਪੱਤਰ ਚੈੱਕ ਕਰਕੇ ਦਿੰਦੀਆਂ, ਤੇ ਇਸ ਕਰਕੇ ਇੱਥੇ ਇਸ ਤਰ੍ਹਾਂ ਮਤਲਬ ਜਿਹੜਾ ਤੁਸੀਂ ਪੇਮੈਂਟ ਨਹੀਂ ਦੇ ਸਕੋਗੇ ਜਾਂ ਮਾਰਕੀਟ ਡਿੱਗ ਜਾਊਗੀ, ਇਸ ਗੱਲ ਦੇ ਚਾਂਸਸ ਘੱਟ ਨੇ। ਇਹਦਾ ਕੋਈ ਫਰਕ ਹੈਗਾ ਜੀ? ਇਹ ਗੱਲ ਸਾਰਿਆਂ ਤੋਂ ਬੰਦਾ ਜਦੋਂ ਬੁਰਾ ਉਦੋਂ ਲੱਗਦਾ ਜਦੋਂ ਕੋਈ ਮੌਰਗੇਜ ਵਾਲਾ ਕਹਿ ਦਿੰਦਾ ਨਹੀਂ ਤੇਰੀ ਮੌਰਗੇਜ ਨਹੀਂ ਹੋਣੀ। ਬਿਲਕੁਲ ਜੀ। ਉਦੋਂ ਬਾਅਦ ਕਈ ਤਰ੍ਹਾਂ ਦੇ ਤਰੀਕੇ ਵਰਤਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਕਈਆਂ ਵੱਲੋਂ, ਨਹੀਂ ਜੀ ਇਉਂ ਕਰ ਲਓ, ਅੰਡਰ ਦਾ ਟੇਬਲ ਆਓ ਤੇ ਆਓ। ਜਿਹੜਾ ਬੰਦਾ ਸਿੱਧੇ ਤੌਰ ਤੇ ਕਹਿੰਦਾ ਨਹੀਂ ਹੋਣੀ, ਉਦੋਂ ਬੜੀ ਤਕਲੀਫ ਹੁੰਦੀ ਹੈ, ਪਰ ਉਹ ਬਚਾ ਰਿਹਾ ਐਕਚੁਅਲੀ ਤੁਹਾਨੂੰ, ਉਹ ਮਾਰਕੀਟ ਨੂੰ ਵੀ ਬਚਾ ਰਿਹਾ। ਉਹ ਕੌਨਸੀਕੁਐਂਸਿਸ ਜਿਹੜੇ ਕੱਲ੍ਹ ਨੂੰ ਭੁਗਤਣੇ ਪੈਣੇ ਆ, ਉੱਥੋਂ ਬਚਾ ਰਿਹਾ। ਜਿਹੜੇ ਗਲਤ ਅਖਤਿਆਰ ਕਰਕੇ ਰਾਹ ਇੱਕ ਵਾਰੀ ਕਰ ਦਿੰਦੇ ਨੇ, ਬਈ ਜਿਵੇਂ ਮਰਜ਼ੀ ਹੋਵੇ, ਇੱਕ ਵਾਰੀ ਚਾੜ ਦਿਓ ਇਹਨੂੰ ਘੋੜੀ 'ਤੇ, ਹੈ ਨਾ, ਅਤੇ ਉਹ ਅਖੀਰ ਨੂੰ ਨੁਕਸਾਨ ਕਰਦੇ ਨੇ। ਸੋ ਕੈਨੇਡਾ ਦੇ ਜਿਹੜੇ ਇਸ ਗੱਲ ਲਈ ਮਾਪਦੰਡ ਨੇ, ਤਰੀਕੇ ਨੇ, ਉਹ ਵਧੀਆ ਨੇ ਅਤੇ ਹੋਣੇ ਵੀ ਚਾਹੀਦੇ। ਸਾਨੂੰ ਵੀ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਠੀਕ ਹੈ, ਥੋੜ੍ਹਾ ਬਹੁਤਾ 19-21 ਇੱਕ ਮੌਰਗੇਜ ਬ੍ਰੋਕਰ ਜਾਂ ਸਪੈਸ਼ਲਿਸਟ ਧੱਕਾ ਲਾ ਸਕਦਾ, ਪਰ ਬਹੁਤ ਵੱਡਾ ਨਹੀਂ ਕਰ ਸਕਦਾ ਅਨਲੈਸ ਕੋਈ ਗਲਤ ਰਸਤਾ ਅਖਤਿਆਰ ਕਰ ਰਿਹਾ ਹੋਵੇ। ਸੋ ਮਾਰਕੀਟ ਨੂੰ ਬਚਾਉਣ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਭੂਮਿਕਾ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਬੰਦਾ ਇਨਵੈਸਟ ਜਾਂ ਜਿਹਨੇ ਆਪਣੇ ਵਾਸਤੇ ਵੀ ਪ੍ਰੋਪਰਟੀ ਲੈਣੀ ਹੈ, ਉਹਨੂੰ ਇਹ ਜ਼ਰੂਰ ਵੇਖਣਾ ਚਾਹੀਦਾ ਕਿ ਮੈਂ ਏਡਾ ਵੱਡਾ ਜਿਹੜਾ ਹੈ ਜੰਪ ਨਾ ਮਾਰਾਂ, ਜਾਂ ਏਡਾ ਵੱਡਾ ਹਰ ਜਿਹੜਾ ਬੰਗਲਾ ਦੇਖੋ, ਵੱਡਾ ਘਰ ਦੇਖੋ, ਚੰਗਾ ਲੱਗਦਾ, ਜੀ ਕਰਦਾ ਹੈ ਕਾਸ਼ ਮੈਂ ਇਹਦੇ 'ਚ ਰਵਾਂ। ਉਹ ਇਸ ਕਰਕੇ ਕਈ ਵਾਰ ਗਲਤ ਸਟੈਪ ਚੱਕ ਲੈਂਦੇ ਨੇ। ਜਿੰਨੀ ਪਹਿਲਾਂ ਦੇਖੋ ਕਿ ਤੁਹਾਡੀ ਕਿਸ਼ਤ ਕਿੰਨੀ ਕੁ ਬਣਨੀ ਹੈ, ਤੁਹਾਡੀ ਇਨਕਮ ਕਿੰਨੀ ਕੁ ਹੈ, ਕੀ ਤੁਸੀਂ ਨਾਲੋਂ ਨਾਲ ਕਰ ਸਕਦੇ ਹੋ, ਉਨੇ ਕੁ ਬਚਾ ਸਕਦੇ ਹੋ। ਇਉਂ ਨਾ ਹੋਵੇ ਕਿ ਨਿੱਤ ਜਿਹੜਾ ਸ਼ਾਮ ਨੂੰ ਉਸੇ ਗੱਲ ਦੇ ਕਾਟੂ ਕਲੇਸ਼ ਹੋਵੇ, ਝਗੜਾ ਹੋਵੇ, ਕਰ ਲਿਆ ਅਸੀਂ ਖੁਸ਼ੀ ਲਈ ਅਤੇ ਬਾਅਦ 'ਚ ਬੈਠੇ ਇੱਕ ਦੂਜੇ ਦੇ ਦੁਆਲੇ ਹੋਏ ਹੋਣ, ਆ ਤੂੰ ਇਹ ਜੱਬ ਖੜਾ ਕਰਤਾ, ਨਾ ਲੈਂਦੇ ਚੰਗਾ ਸੀ। ਉਹਦੇ ਨਾਲ ਚੰਗਾ ਪਹਿਲਾਂ ਹੀ 2 ਵਾਰ ਵਿਚਾਰ ਲਓ। ਤੁਸੀਂ ਸ਼ੁਰੂ ਡਾਕਟਰ ਸਾਹਿਬ ਇਹ ਗੱਲ ਕੀਤੀ ਕਿ ਸਾਨੂੰ ਜਿਹੜਾ ਬੰਦਾ ਵੀ ਰੈਂਟ ਦੇ ਉੱਤੇ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਹੁੰਦੀ ਹੈ ਵੀ ਉਹ ਮਾਰਕੀਟ ਦੇ ਵਿੱਚ ਚਲਿਆ ਜਾਵੇ, ਕੁਛ ਆਪਣਾ ਲੈ ਲਵੇ। ਪੰਜਾਬੀਆਂ ਦਾ ਸੁਭਾਅ ਸ਼ੁਰੂ ਤੋਂ ਘਰ ਵੱਲ ਨੂੰ ਰਿਹਾ, ਘੱਟੋ ਘੱਟ ਘਰ ਹੋਵੇ ਜਿਹਦੇ ਵਿੱਚ ਆਪਣਾ ਬੈਕਯਾਰਡ ਹੋਵੇ, ਪੰਜਾਬੀ ਉਹਦੇ 'ਚ ਹੀ ਜਾਂਦੇ ਰਹੇ ਆ। ਅਪਾਰਟਮੈਂਟ, ਕੌਂਡੋ ਜਾਂ ਟਾਊਨ ਹਾਊਸ ਦਾ ਸਾਡਾ ਕਨਸੈਪਟ ਨਹੀਂ ਸੀ। ਹੁਣ ਲੋਕਾਂ ਨੂੰ ਉੱਧਰ ਵੀ ਜਾਣਾ ਪਿਆ ਕਿਉਂਕਿ ਮਹਿੰਗੇ ਜ਼ਿਆਦਾ ਹੋ ਗਏ। ਇੱਕ ਥੋੜ੍ਹਾ ਜਿਹਾ ਟਾਊਨ ਹਾਊਸ ਅਤੇ ਸਿੰਗਲ ਫੈਮਿਲੀ ਘਰ ਦੇ ਵਿੱਚ ਫਰਕ ਦੱਸਿਓ। ਲੋਕ ਕਹਿੰਦੇ ਵੀ ਜੇ ਤੁਸੀਂ ਟਾਊਨ ਹਾਊਸ ਦੇ ਵਿੱਚ ਰਹਿੰਦੇ ਆ, ਤੁਹਾਡੀ 2500 ਕਿਸ਼ਤ ਬਣਦੀ ਆ, ਤਾਂ ਜੇ ਤੁਸੀਂ ਘਰ ਲੈ ਲਓਗੇ ਕਿਸ਼ਤ ਉਹਦੀ ਵੀ 2500 ਹੀ ਬਣਨੀ ਆ। ਮੰਨ ਲਓ ਤੁਹਾਡੀ ਜੇ 4000 ਵੀ ਬਣ ਗਈ ਆ ਤਾਂ ਉਹਦੇ ਵਿੱਚੋਂ 1500 ਤੁਹਾਨੂੰ ਬੇਸਮੈਂਟ ਦਾ ਆ ਹੀ ਜਾਣਾ, ਅਤੇ ਕਿਸ਼ਤ ਤੁਹਾਡੀ ਓਨੀ ਹੀ ਗਈ। ਬਈ ਟਾਊਨ ਹਾਊਸ ਲੈਣਾ ਹੀ ਨਹੀਂ ਚਾਹੀਦਾ, ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਆਪਣੀ ਲੈਂਡ, ਆਪਣੀ ਪ੍ਰੋਪਰਟੀ ਲੈਣੀ ਚਾਹੀਦੀ। ਇਹ ਕਨਸੈਪਟ ਕਿੰਨਾ ਕੁ ਸਹੀ ਹੈ ਜੀ? ਬਹੁਤ ਵਧੀਆ ਸਵਾਲ ਹੈ। ਜਿਹੜੇ ਟਾਊਨ ਹਾਊਸ 'ਚ ਜਿਹੜੇ ਰਹੇ ਆ ਉਹਨਾਂ ਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਇਲਮ ਵੀ ਹੈ ਕਿ ਟਾਊਨ ਹਾਊਸ ਦੇ ਵਿੱਚ ਜਿਸ ਤਰ੍ਹਾਂ ਸਟਰਾਟਾ ਫੀਸ ਹੁੰਦੀ ਹੈ ਇੱਕ, ਹਾਂਜੀ, ਉਹ ਹਰ ਮਹੀਨੇ ਜਾਣੀ ਹੈ। ਦੂਸਰੀ ਹੈ ਟਾਊਨ ਹਾਊਸ ਸਟਰਾਟਾ ਯੂਨਿਟਸ ਦੀ ਜਿਹੜੀ ਜ਼ਮੀਨ ਹੈ ਉਹ ਸਾਂਝੀ ਹੁੰਦੀ ਹੈ। ਉਹ ਇਹ ਹੈ ਕਿ ਜਿਹੜੇ ਜਿੰਨੇ ਉੱਥੇ ਜੇ 100 ਟਾਊਨ ਹਾਊਸ ਨੇ, ਸਾਰਿਆਂ ਦਾ ਥੋੜ੍ਹਾ ਥੋੜ੍ਹਾ ਹਿੱਸਾ। ਜੇ ਚਿੱਤ ਕਰੇ ਆਪਣੇ ਢਾਹ ਕੇ 20 ਸਾਲਾਂ ਦੇ ਬਾਅਦ ਮੈਂ ਬਣਾਉਣਾ, ਨਾ, ਤੁਸੀਂ ਨਹੀਂ ਕੁਛ ਕਰ ਸਕਦੇ। ਸਾਰੇ ਦੇ ਸਾਰੇ ਫੈਸਲਾ ਕਰਨਗੇ। ਉਦੋਂ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀ ਹੈ, ਉਸ ਵੇਲੇ ਕੀ ਹੋਣਾ। ਘਰ ਆ ਤੁਹਾਡਾ, ਤੁਸੀਂ ਇੱਕ ਰੈਂਚਰ ਵੀ ਲੈਂਦੇ ਹੋ, ਡੈਪਰੀਸੀਏਸ਼ਨ ਜਿਹੜੀ ਹੈ ਸਮੇਂ ਦੇ ਨਾਲ ਬਿਲਡਿੰਗ ਦੀ ਘਟਦੀ ਹੈ, ਜ਼ਮੀਨ ਦੀ ਜਿਹੜੀ ਵੈਲਿਊ ਹੈ ਉਹ ਵੱਧਦੀ ਹੈ। ਸੋ ਪੁਰਾਣਾ ਹੋ ਗਿਆ, ਉਹ ਢਾਹ ਕੇ ਤੁਸੀਂ ਉੱਥੇ ਨਵਾਂ ਉਸਾਰ ਸਕਦੇ ਹੋ। ਕਿਸੇ ਤੋਂ ਤੁਹਾਨੂੰ ਕੋਈ ਪਾਬੰਦੀ ਦੇ ਵਿੱਚ ਨਹੀਂ ਗੁਜ਼ਰਨਾ ਨਹੀਂ ਪੈਂਦਾ। ਸੋ ਜਦੋਂ ਤੁਸੀਂ ਇਸ ਤਰ੍ਹਾਂ ਦਾ ਪ੍ਰਬੰਧ ਕਰਦੇ ਹੋ ਘਰ ਲੈਣ ਲਈ, ਹਾਲਾਂਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਨਹੀਂ ਲੈ ਸਕਦੇ ਫਿਰ ਨਾ ਇਸ ਚੱਕਰ 'ਚ ਪਾਓ।
ਜਿਹੜੀ ਰੈਂਟ ਬੇਸਮੈਂਟ ਦੇ ਸੋਚ ਕੇ ਘਰ ਲੈ ਲੈਣਾ ਇਕੱਲਾ, ਇਹ ਸਿਆਣਪ ਨਹੀਂ ਹੈ। ਇਹ ਵੀ ਦੇਖੋ ਜੇ ਬੇਸਮੈਂਟ ਖਾਲੀ ਵੀ ਹੋ ਸਕਦੀ ਹੈ, ਕਿਰਾਏਦਾਰ ਚਲਿਆ ਵੀ ਜਾ ਸਕਦਾ। ਐਸੇ ਕਿਰਾਏਦਾਰ ਵੀ ਨੇ ਨਾਸੀ ਧੂਆਂ ਕੱਢ ਦਿੰਦੇ ਨੇ, ਜਿਹੜੇ ਇਹ ਗੱਲ ਤੁਹਾਨੂੰ ਤਾਰੇ ਦਿਖਾ ਦਿੰਦੇ ਨੇ ਵੀ ਘਰੇ ਵੀ ਰਹਾਂਗੇ, ਮੁਫਤ ਵੀ ਰਹਾਂਗੇ, ਜਾਣ ਲੱਗੇ ਪੈਸੇ ਵੀ ਲੈ ਕੇ ਜਾਵਾਂਗੇ। ਸੋ ਇਸ ਕਰਕੇ ਇਸ ਗੱਲ ਦੇ ਵਿੱਚ ਚੱਕਰ 'ਚ ਨਾ ਪਾਓ। ਹਾਂ, ਬਹੁਤ ਇਸ ਗੱਲ ਲਈ ਚਲੋ ਮੈਂ ਇਹ ਸਮਝਦਾ ਕਿ ਸਾਡੇ ਭਾਈਚਾਰੇ 'ਚ ਇੱਕ ਸਿਫਤ ਹੈ, ਸਾਰੀਆਂ ਕੌਮਾਂ ਚੰਗੀਆਂ ਨੇ, ਸਾਰਿਆਂ ਦੀ ਸਿਫਤ ਹੈ, ਪਰ ਸਾਡੇ ਇਹ ਸਿਫਤ ਹੈ ਕਿ ਅਸੀਂ ਜੇ ਕੋਈ ਫਸ ਫੂਸ ਜਾਵੇ ਵੀ ਚਾਚੇ ਤਾਏ ਮਾਮੇ ਮਾਸੜ ਪਿੰਡੂ ਕੱਢ ਕੁੱਟ ਕੇ ਕਹਿੰਦੇ ਇਹਨੂੰ ਕੱਢ ਦੇ। ਕਈਆਂ ਨੂੰ ਜਿੱਥੇ ਜਾਣ ਪਛਾਣ ਨਹੀਂ ਹੁੰਦੀ, ਕੋਈ ਅਸੀਂ ਕ੍ਰੈਡਿਟ ਚੈੱਕ ਨਹੀਂ ਕਰਦੇ, ਉਹ ਆ ਕੇ ਇਉਂ ਫਸਾਉਂਦੇ ਨੇ। ਇਸ ਕਰਕੇ ਉਹ ਪੋਜੈਸ਼ਨ ਵੀ ਕਈ ਵਾਰੀ ਲੈਣੀ ਔਖੀ ਹੋ ਜਾਂਦੀ ਹੈ। ਉੱਧਰੋਂ ਤਾਂ ਆਪਣਾ ਸਮਾਨ ਚੱਕੀ ਬੈਠਾ ਹੁੰਦਾ, ਜਿਹਨੇ ਨਵਾਂ ਆਉਣਾ ਉਹ ਕਹਿੰਦਾ ਮੈਨੂੰ ਬੇਸਮੈਂਟ ਵਾਲਾ ਘਰ ਮਿਲ ਗਿਆ ਜੀ, ਬੜਾ ਚਾਅ ਹੁੰਦਾ। ਉਹ ਜਿਹੜੇ ਘਰ 'ਤੇ ਰੈਂਟਲ ਬੈਠਾ ਹੁੰਦਾ ਉਹ ਕਹਿੰਦਾ ਮੈਂ ਜਾਣਾ ਹੀ ਨਹੀਂ, ਚੱਲ ਤਰੀਕਾ ਪਾਈ ਚੱਲੋ, ਅਤੇ ਟੈਨੈਂਸੀ ਵਾਲੇ ਉੱਧਰੋਂ ਚੱਲਦੇ ਨੇ, ਸਾਰਾ ਸਿਲਸਿਲਾ ਚੱਲਦਾ। ਸੋ ਇਹ ਮਸਲਾ ਬੜਾ ਗੁੰਝਲਦਾਰ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਜੇਕਰ ਤੁਸੀਂ ਇੰਡੀਵਿਜੂਅਲ ਕੱਲ੍ਹ ਨੂੰ ਆਪਣਾ ਘਰ ਢਾਹ ਕੇ ਫਿਰ ਵੀ ਬਣਾਉਣਾ, ਲੈਂਡ ਤੁਹਾਡੀ, ਜ਼ਮੀਨ ਤੁਹਾਡੀ, ਘਰ ਦੇ ਵਿੱਚ ਜ਼ਿਆਦਾ ਫਾਇਦਾ, ਪਰ ਜੇ ਪੋਕਟ ਇਜਾਜ਼ਤ ਦਿੰਦੀ ਹੈ। ਹੁਣ ਇਸ ਵੇਲੇ ਮਾਰਕੀਟ ਦੀ ਕੀ ਸਥਿਤੀ ਹੈ ਡਾਕਟਰ ਸਾਹਿਬ? ਕੀ ਹੋ ਰਿਹਾ? ਓਪਨ ਹਾਊਸ ਹੋ ਰਿਹਾ ਆ, ਮਾਰਕੀਟ 'ਚ ਹਿਲਜੁਲ ਹੋ ਰਹੀ ਆ, ਜਾਂ ਪਹਿਲਾਂ ਵਾਲੀ ਮਈ ਜੂਨ ਵਾਲੀ ਸਥਿਤੀ ਹੈ ਇਸ ਵੇਲੇ? ਐਬਸਫੋਰਡ, ਫਰੇਜ਼ਰ ਵੈਲੀ, ਇੱਥੇ ਸਰੀ ਆਲੇ ਦੁਆਲੇ ਕੀ ਹਾਲਤ ਹੈ? 1 ਜੁਲਾਈ ਤੋਂ ਇਹ ਤਬਦੀਲੀਆਂ ਜਿਹੜੀਆਂ ਕੁਛ ਆਈਆਂ ਜੀ, ਹੁਣ ਉਹਦੇ ਦੌਰਾਨ ਸਾਡੇ ਵੀ ਵੀਕਐਂਡ 'ਤੇ ਸੀਗੇ ਓਪਨ ਹਾਊਸ। 3-4 ਓਪਨ ਹਾਊਸ ਸੀ, 3-4 ਪ੍ਰੋਪਰਟੀਜ਼ ਦੇ ਆਫਰਸ ਆਈਆਂ। ਵੱਖਰੀ ਗੱਲ ਹੈ ਕਿ ਉਹਨਾਂ ਦੇ ਨੈਗੋਸੀਏਸ਼ਨ ਚੱਲ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਦਿਲਚਸਪੀ ਜਿਹੜੀ ਲੱਗੀ ਹੈ ਲੋਕਾਂ ਨੂੰ, ਫੇਰ ਲੱਗੀ ਹੈ ਨਾ। ਇਹਦੇ ਵਿੱਚ ਵੀ ਕਈ ਗੱਲਾਂ ਹੁੰਦੀਆਂ ਕਿ ਜਦੋਂ ਇੱਕ ਵਾਰ ਇੰਨਾ ਲੰਮਾ ਸਮਾਂ ਲੋਕ ਓਪਨ ਹਾਊਸ ਤੋਂ ਗੁਰੇਜ਼ ਕਰਦੇ ਰਹੇ, ਹੁਣ ਹੌਲੀ ਹੌਲੀ ਹੋ ਸਕਦਾ ਨਿਕਲਣੇ ਟਾਈਮ ਲੱਗੇ, ਪਰ ਜਿਹੜੇ ਫਾਰਮ ਖੇਤਰ ਦੇ ਲੋਕ ਨੇ ਉਹ ਤਾਂ ਬੇਰੀਆਂ 'ਚ ਚਲੇ ਗਏ ਆ। ਹੋ ਸਕਦਾ ਉਹ ਇਹ 2 ਮਹੀਨੇ ਉੱਥੇ ਆਪਣਾ ਜਿਹੜਾ ਵੀਕਾਂ ਬਣਾਉਣ ਜਾਂ ਕੰਮ ਕਰਨ। ਅਤੇ ਜਿਹੜੇ ਦੂਸਰੇ ਬੰਦੇ ਨੇ ਜਿਨ੍ਹਾਂ ਨੇ ਅਜੇ ਪ੍ਰੋਪਰਟੀ ਲੈਣੀ ਹੈ, ਉਹਨਾਂ ਨੂੰ ਇਹ ਗੱਲ ਦਾ ਖਿਆਲ ਹੈ ਕਿ ਸਤੰਬਰ 'ਚ ਸਕੂਲ ਸ਼ੁਰੂ ਹੋਣੇ ਨੇ, ਆਹ ਜਿਹੜੇ 2 ਮਹੀਨੇ ਆ ਇਹਨਾਂ 'ਚ ਅਸੀਂ ਦੱਬ ਕੇ ਹਿੰਮਤ ਕਰ ਲਈਏ। ਸੋ ਮੈਨੂੰ ਲੱਗਦਾ ਕਿ ਇਸ ਵੇਲੇ ਵਧੀਆ ਤੁਹਾਨੂੰ ਚੁਆਇਸ ਮਿਲ ਜਾਏਗੀ। ਤੁਸੀਂ ਦੇਖਣ 'ਤੇ ਅੱਗੇ ਮਜਬੂਰੀਆਂ, ਪਾਬੰਦੀਆਂ ਸੀ, ਐਸੀ ਕੋਈ ਗੱਲ ਨਹੀਂ ਹੈ। ਉਹਦੇ ਵਾਸਤੇ ਤੁਸੀਂ ਇਹਨਾਂ ਦਾ ਫਾਇਦਾ ਉਠਾਓ, ਪਰ ਪ੍ਰੀਕਾਸ਼ਨ ਜਿਹੜੀਆਂ ਉਹ ਜ਼ਰੂਰ ਵਰਤੋ, ਕਿਉਂਕਿ ਉਹ ਬਿਮਾਰੀ ਤੋਂ ਖਿਆਲ ਰੱਖਣਾ। ਪਰ ਕਈਆਂ ਨੂੰ ਹੁਣ ਵੈਕਸੀਨ ਦੇ 2 ਜਿਹੜੇ ਲੱਗ ਚੁੱਕੇ ਨੇ ਇੰਜੈਕਸ਼ਨ, ਸੋ ਹੁਣ ਥੋੜ੍ਹੀ ਜਿਹੀ ਹੌਸਲਾ ਵੀ ਹੈ, ਵੀ ਕੋਈ ਫਿਕਰ ਵਾਲੀ ਗੱਲ ਨਹੀਂ, ਪਰ ਫਿਰ ਵੀ ਸੁਚੇਤ ਰਹਿਣਾ ਚਾਹੀਦਾ। ਸਾਡੇ ਇਸ ਏਰੀਏ ਦੇ ਵਿੱਚ ਮਾਰਕੀਟ ਦੇ ਤੇਜ਼ ਹੋਣ ਜਾਂ ਠੰਡੇ ਹੋਣ ਦਾ ਕੋਈ ਸੀਜ਼ਨ ਵੀ ਹੁੰਦਾ? ਵੀ ਗਰਮੀਆਂ ਦੇ ਵਿੱਚ ਲੋਕ ਜ਼ਿਆਦਾ ਬਾਹਰ ਨਿਕਲ ਕੇ ਘਰ ਦੇਖਦੇ ਆ, ਘਰ ਮਹਿੰਗੇ ਹੋ ਜਾਂਦੇ ਆ, ਸਰਦੀਆਂ 'ਚ ਸਸਤੇ ਹੁੰਦੇ, ਕੋਈ ਇੱਦਾਂ ਦਾ ਹਿਸਾਬ ਕਿਤਾਬ ਹੈ? ਫਰਕ ਤਾਂ ਪੈਂਦਾ ਜੀ। ਸਰਦੀਆਂ ਦੇ ਵਿੱਚ ਜਦੋਂ ਸਨੋ ਪੈਂਦੀ ਹੈ, ਉਦੋਂ ਉਸ ਵੇਲੇ ਮਾਰਕੀਟ 'ਚ ਘੱਟ ਜਿਹੜਾ ਐਕਟੀਵਿਟੀ ਹੁੰਦੀ ਹੈ। ਇੱਕ ਤਾਂ ਵੈਸੇ ਹੀ ਥੋੜ੍ਹਾ ਜਿਹਾ ਲਿਸਟਿੰਗ ਵੀ ਘੱਟ ਹੁੰਦੀਆਂ, ਠੀਕ ਹੈ। ਇੱਕ ਵੈਸੇ ਹੁੰਦਾ 60 ਫੀਟ ਦਾ ਵੀ ਕਿਸੇ ਨੂੰ ਡਰ ਹੁੰਦਾ। ਆਪਣੇ ਸੁੱਖ ਨਾਲ ਜਦੋਂ ਜਾਂਦੇ ਵੀ ਆ, ਸਾਰੇ ਟੱਬਰ ਦੇਖਣ ਜਾਂਦੇ ਆ, ਥੋੜਾ ਚਾਅ ਹੁੰਦਾ ਨਾ, ਪੂਰਾ ਐਨ ਕਾਫਲਾ। ਅਤੇ ਚਲੋ ਚੰਗੀ ਗੱਲ ਹੈ, ਇਸ ਦਾ ਏਅਰਪੋਰਟ 'ਤੇ ਲੈਣ ਜਾਈਏ, ਹੁਣ ਤਾਂ ਕੋਵਿਡ ਨੇ ਰੋਕਤਾ, ਨਹੀਂ ਤਾਂ ਉੱਥੇ ਵੀ ਕਾਫਲਾ ਸਾਡਾ ਜਾਂਦਾ, ਸਵਾਗਤ ਕਰਦੇ ਸੀ। ਸੋ ਪਰ ਸਰਦੀਆਂ ਦੇ ਵਿੱਚ ਥੋੜ੍ਹੀ ਪ੍ਰੋਪਰਟੀ ਚੰਗੀ ਮਿਲ ਜਾਂਦੀ ਹੈ ਜੇ ਕੋਈ ਸਿਆਣਾ ਹੋਵੇ ਨਾ, ਕਿਉਂਕਿ ਉਸ ਵੇਲੇ ਐਕਟੀਵਿਟੀ ਘੱਟ ਹੁੰਦੀ ਹੈ। ਅਤੇ ਮੈਂ ਇਹ ਸੁਜੈਸ਼ਨ ਖਾਸ ਤੌਰ 'ਤੇ ਆਪਣੇ ਕਲਾਇੰਟਸ ਨੂੰ ਦਿੰਦਾ ਹੁੰਦਾ ਕਿ ਜਦੋਂ ਬਹੁਤੀ ਐਕਟੀਵਿਟੀ ਨਹੀਂ ਨਾ, ਉਸ ਵੇਲੇ ਹਿੰਮਤ ਕਰਕੇ ਪ੍ਰੋਪਰਟੀ ਲੈ ਲਓ, ਕਿਉਂਕਿ ਉਸ ਵੇਲੇ ਗਾਹ ਨਹੀਂ ਬਹੁਤਾ ਪਿਆ ਹੁੰਦਾ, ਅਤੇ ਸੈਲਰ ਵੀ ਥੋੜ੍ਹਾ ਜਿਹਾ ਉਦਾਸ ਜਿਹਾ ਹੁੰਦਾ, ਕੋਈ ਆ ਹੀ ਨਹੀਂ ਰਿਹਾ ਦੇਖਣ। ਉਹ ਕਹਿੰਦਾ ਚੱਲ 10-20 ਹਜ਼ਾਰ ਇੱਧਰ ਉੱਧਰ ਕਰਕੇ ਕੱਢ ਦੇ। ਜਦੋਂ ਉਹਨੂੰ ਦੀਂਦਾ ਕਿ ਲਾਈਨ ਲੱਗੀ ਹੋਈ ਹੈ, ਤਾਂ ਫਿਰ ਉਹ ਵੀ ਥੋੜ੍ਹਾ ਜਿਹਾ ਹੋ ਜਾਂਦਾ ਵੀ ਹੋਰ ਲਾਓ ਝੁੱਟੀ ਥੋੜ੍ਹੀ ਜਿਹੀ। ਡਾਕਟਰ ਸਾਹਿਬ, ਇਹਦੇ ਪਿੱਛੇ ਫੈਕਟਰ ਕੀ ਆ? ਇਹ ਗੱਲ ਸੱਚ ਆ ਕਿ ਜਦੋਂ ਮਾਰਕੀਟ ਠੰਡੀ ਜਿਹਨੂੰ ਅਸੀਂ ਕਹਿ ਦਿੰਦੇ, ਕੋਈ ਵੀ ਨਹੀਂ ਤਾਂ ਕੋਈ ਵੀ ਨਹੀਂ ਜਾਂਦਾ। ਜਦੋਂ ਇੱਕ ਵਾਰੀ ਜਾਣਾ ਸ਼ੁਰੂ ਹੋ ਜਾਣ, ਫਿਰ ਸਾਰੇ ਹੀ ਜਾਂਦੇ ਆ। ਜਿਹੜਾ ਬੈਠਾ ਵੀ ਹੁੰਦਾ ਉਹ ਵੀ ਕਹਿੰਦਾ ਮੈਂ ਓਪਨ ਹਾਊਸ 'ਤੇ ਜਾਇਆ ਮੈਂ ਲੈ ਹੀ ਲੈਣਾ, ਹੁਣ ਹੀ ਲੈ ਲਵਾਂ। ਇਹ ਕੀ ਰੁਝਾਨ ਹੁੰਦਾ ਕਿ ਜਦੋਂ ਇਹ ਕਿਹੜਾ ਫੈਕਟਰ ਹੁੰਦਾ ਜਿਹੜਾ ਇਹਨਾਂ ਲੋਕਾਂ ਨੂੰ ਬਾਹਰ ਕੱਢਦਾ ਵੀ ਸਾਰੇ ਇੱਕਦਮ ਹੀ ਜਾਂਦੇ ਆ ਅਤੇ ਇੱਕਦਮ ਹੀ ਬੈਠ ਜਾਂਦੇ ਆ? ਦੱਸੋ, ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਹੜਾ ਇੱਕ ਸਧਾਰਨ ਉਹ ਤਾਂ ਮੌਸਮ ਵਗੈਰਾ ਦਾ ਵੀ ਤੱਤ ਹੈ, ਅਤੇ ਫਾਈਨੈਂਸ ਦਾ ਵੀ ਹੈ। ਥੋੜ੍ਹੇ ਜਿਹੇ ਰਾਹਤਾਂ ਜਦੋਂ ਮਿਲਦੀਆਂ ਸਾਰਿਆਂ ਨੂੰ ਮਿਲਦੀਆਂ, ਇੱਕ ਥੋੜ੍ਹਾ ਜਿਹਾ ਦੇਖੋ ਦੇਖੀ ਵੀ ਆ, ਇਹ ਬਹਿਬਤ ਆ ਥੋੜ੍ਹੀ ਜਿਹੀ। ਜਦੋਂ ਦੇਖਦੇ ਹੋ ਵੀ ਇੱਕ ਘਰ 'ਤੇ ਅੱਛਾ 20 ਦੇਖਣਾ, ਚੱਲ ਤੂੰ ਵੀ ਚੱਲ, ਜੇ ਆ ਗਏ ਤਾਂ ਆ ਗਏ। ਉਹਦਾ ਪਤਾ ਨਹੀਂ ਕੀ ਇੱਕ ਕਈ ਵਾਰ ਇਹ ਵੀ ਤਰੀਕਾ ਹੁੰਦਾ, ਇਹ ਸੈਲਰ ਦੀ ਇੱਕ ਨੀਤੀ ਹੁੰਦੀ ਆ। ਉਹ ਕਹਿੰਦਾ ਇਹ ਪ੍ਰੋਪਰਟੀ ਜਿਹੜੀ ਹੈਗੀ ਆ, ਇਹਦੀ ਕੀਮਤ 9 ਲੱਖ ਆ, ਤੇ ਉਹਨੂੰ 7 ਲੱਖ ਦੀ ਲਾ। ਅੱਛਾ ਜੀ। ਅਤੇ 7 ਲੱਖ ਦੀ ਲਾ, ਮੈਂ ਦੇਖਣਾ ਨਜ਼ਾਰਾ, ਅਤੇ ਫਿਰ 9 'ਤੇ ਲੈ ਕੇ ਆਉਣਾ। ਅਤੇ ਉਹਦੇ ਨਾਲ ਫਿਰ ਉਹ 20-50 ਹਜ਼ਾਰ 'ਤੇ ਵੱਧ ਜਾਂਦਾ। ਜੇ 5 ਆਫਰ ਟੇਬਲ 'ਤੇ ਪਈਆਂ,
ਇੱਕ ਨੇ 5 ਵਧਾਏ, ਦੂਜੇ ਨੇ ਵਧਾਏ, ਦੂਜੇ ਨੇ ਉਹ ਕੰਪੀਟੀਸ਼ਨ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਰਤ ਲੱਗਦੀ ਹੈ, ਬੋਲੀ ਲੱਗਦੀ ਹੈ, ਅਤੇ ਉਹਦੇ ਵਿੱਚ ਉਹਦਾ ਫਾਇਦਾ ਹੋ ਜਾਂਦਾ। ਆਹ ਵੀ ਤਰੀਕਾ ਹੁੰਦਾ। ਜੇ ਹਾਈ ਪ੍ਰਾਈਸ 'ਤੇ ਲਿਸਟ ਪ੍ਰੋਪਰਟੀ ਕੀਤੀ ਹੈ, ਕਈ ਨੂੰ ਹੁੰਦਾ ਮੈਂ ਨਹੀਂ ਇਦੋਂ ਘੱਟ ਵੇਚਣੀ। ਜਿਹੜਾ ਪਹਿਲੀ ਦੂਜੀ ਵਾਰੀ ਵੇਚਦਾ ਨਾ ਉਹਨੂੰ ਥੋੜ੍ਹਾ ਜਿਹਾ ਬਹੁਤਾ ਹੁੰਦਾ, ਉਹਨੂੰ ਮਨਾਉਣਾ ਵੀ ਔਖਾ ਹੁੰਦਾ। ਉਹ ਕਹਿੰਦਾ ਨਹੀਂ ਜੀ, ਨਹੀਂ ਤਾਂ ਹੋਰ ਆ ਜਾਊ ਕੋਈ ਲਿਸਟ ਕਰ, ਅਤੇ ਉੱਥੇ ਉਹ ਕਹਿੰਦਾ ਵੀ ਮੈਂ ਤਾਂ ਇੰਨੇ ਦੀ ਵੀ ਲਾਉਣੀ ਹੈ। ਅਤੇ ਫਿਰ ਇੱਕ ਡਾਇਰੈਕਟਰ ਉੱਥੇ ਇਹ ਕਹਿੰਦਾ ਵੀ ਠੀਕ ਹੈ, ਤੇਰੀ ਮਰਜ਼ੀ ਹੈ। ਜਦੋਂ 2 ਮਹੀਨੇ ਕੋਈ ਨਹੀਂ ਆਉਂਦਾ, ਫਿਰ ਆਪੇ ਕਹਿੰਦਾ ਯਾਰ ਕੁਛ ਨਾ ਕੁਛ ਕਰੋ। ਅਤੇ ਪਰ ਜਿਹੜੇ ਤੇਜ਼ ਤਰਾਰ ਹੁੰਦੇ ਆ, ਜਿਹਨਾਂ ਨੂੰ ਤਜਰਬਾ, ਉਹ ਕੀ ਕਹਿੰਦੇ ਆ, ਕਹਿੰਦੇ ਥੱਲੇ ਲਾ, ਮਲਟੀਪਲ ਆਫਰਸ ਲੈ, ਲੋਕ ਵਾਲੇ ਆਉਣਗੇ। ਲੋਕ ਵੀ ਦੇਖਦੇ ਆ ਇਸ ਮਾਰਕੀਟ ਦੇ ਵਿੱਚ, ਇਸ ਏਰੀਏ 'ਚ ਪ੍ਰੋਪਰਟੀ ਤਾਂ ਆਖਰੀ ਇੰਨੇ ਦੀ ਵਿਕੀ ਹੈ, ਕਿਉਂਕਿ ਖਰੀਦਦਾਰ ਰੈਲਟਰ ਅਤੇ ਸੈਲਰ ਤੋਂ ਜ਼ਿਆਦਾ ਪੜ੍ਹ ਕੇ ਆਉਂਦਾ। ਬਿਲਕੁਲ। ਕਈ ਵਾਰ ਬੰਦਾ ਕਹਿੰਦਾ ਕਿ ਨਹੀਂ ਇਹ ਉਹੀ ਆ ਕਿ ਨਹੀਂ, ਉਹ ਹੁੰਦੇ ਆ। ਚਲੋ ਅੱਗੇ ਟਾਈਮ ਹੁੰਦਾ ਸੀ ਵੀ ਜੇ ਕਿਸੇ ਨੇ ਗਰੋਸਰੀ ਵੀ ਲੈਣ ਜਾਣੀ, ਉਹਨੇ ਵੀ ਕਹਿਣਾ ਚੱਲ ਗੱਡੀ 'ਚ ਬਹਿ ਜਾਣਾ ਕਿਸੇ ਦੇ ਰੈਲਟਰ ਦੀ, ਅਤੇ ਘਰ ਦੇਖਣ ਜਾਣਾ ਅਤੇ ਉੱਤਰ ਜਾਣਾ ਜਾ ਕੇ ਫਰੂਟੀ ਕਹਿਣਾ। ਉਹ ਹੁਣ ਗੱਲਾਂ ਹੈ ਨਹੀਂ। ਹੁਣ ਤਾਂ ਬੰਦੇ ਬਹੁਤ ਸਮਝਦਾਰ ਨੇ ਬਾਇਰ। ਸੋ ਉਹਨਾਂ ਬਾਇਰ ਨਾਲ ਨਜਿੱਠਣ ਲਈ ਤੁਹਾਨੂੰ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। ਉਹਨੇ ਕਹਿਣਾ ਕਿ ਇਹ ਮਾਰਕੀਟ ਦੇ ਮੁਤਾਬਕ ਥੱਲੇ ਲੱਗੀ ਹੋਈ ਹੈ ਪ੍ਰੋਪਰਟੀ, ਇਹਦੇ 'ਤੇ ਆਫਰ ਦਿਓ, ਅਤੇ ਉਸ ਦੇ ਵਿੱਚ ਫਿਰ ਉਹ ਕੋਸ਼ਿਸ਼ ਕਰਦੇ ਆ। ਪਰ ਇਹਦੇ 'ਚ ਨੁਕਸਾਨ ਕਈ ਵਾਰ ਇਉਂ ਹੋ ਜਾਂਦਾ ਕਿ ਕੰਪੀਟੀਸ਼ਨ 'ਚ ਉਹ ਚੀਜ਼ ਜਿਹੜੀ ਇਕੱਲੀ ਕਾਰੀ ਸਸਤੀ ਮਿਲਣੀ ਹੈ, ਉਹ ਬਹੁਤ ਉੱਤੇ ਪ੍ਰਾਈਸ 'ਤੇ ਮਿਲਦੀ ਹੈ। ਇਸ ਕਰਕੇ ਜਦੋਂ ਬਹੁਤੇ ਨਹੀਂ ਜ਼ਿਆਦਾ ਐਕਟਿਵ, ਉਸ ਵੇਲੇ ਖਰੀਦੋ, ਅਤੇ ਜਦੋਂ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ, ਉਸ ਵੇਲੇ ਥੋੜ੍ਹੇ ਜਿਹੇ ਠੰਡੇ ਹੋ ਜਾਓ। ਡਾਕਟਰ ਸਾਹਿਬ, ਸਰੀ, ਆਖਰੀ ਸਵਾਲ, ਸਰੀ, ਵੈਨਕੂਵਰ, ਐਬਸਫੋਰਡ, ਜੋ ਕੁਛ ਪਹਿਲਾਂ ਵੈਨਕੂਵਰ ਦੇ ਵਿੱਚ ਹੋਇਆ, ਘਰ ਸਸਤੇ ਸੀ, ਲਾਟਾਂ ਵੱਡੀਆਂ ਸੀ, ਫਿਰ ਹੌਲੀ ਹੌਲੀ ਛੋਟੇ ਹੋ ਗਏ, ਲੋਕ ਇੱਧਰ ਨੂੰ ਆ ਗਏ। ਇਹ ਟਰੈਂਡ ਇੱਦਾਂ ਹੀ ਚੱਲੂਗਾ ਵੀ ਜੋ ਵੈਨਕੂਵਰ ਸੀ ਉਹ ਹੌਲੀ ਹੌਲੀ ਸਰੀ ਬਣ ਜਾਊਗਾ, ਅਤੇ ਜੋ ਐਬਸਫੋਰਡ ਸੀ ਉਹ ਹੌਲੀ ਹੌਲੀ ਉਹ ਹੋ ਜਾਊਗਾ, ਅਤੇ ਲੋਕ ਅੱਗੇ ਨੂੰ ਤੁਰੇ ਜਾਣਗੇ? ਬਿਲਕੁਲ ਜੀ, ਹੋਪ ਤਾਂ ਹੀ ਆਉਂ ਹੀ ਚੱਲਣਾ। ਕਿਉਂਕਿ ਸਿਲਸਿਲਾ ਇਹ ਹੈ ਕਿ ਜਿਹੜਾ ਵੈਨਕੂਵਰ ਆ, ਹੁਣ ਜਿਵੇਂ ਜਿਵੇਂ ਭਰੀ ਜਾਂਦੇ ਆ, ਉਹ ਜਿਹੜੇ ਖਾਲੀ ਆ, ਹੁਣ ਐਬਸਫੋਰਡ ਵੀ ਭਰ ਗਿਆ। ਹੁਣ ਗਾਂ ਚਿਲਾਬੈਕ ਆ, ਉੱਥੋਂ ਦੀ ਵਾਰੀ ਹੈ, ਜਾਂ ਮਿਸ਼ਨ ਆ। ਹਾਈਵੇ ਦੇ ਉੱਪਰ ਜਿਹੜੇ ਸ਼ਹਿਰ ਆ, ਉਹਨਾਂ ਨਾਲ ਦਿਲਚਸਪੀ ਥੋੜ੍ਹੀ ਜ਼ਿਆਦਾ ਹੁੰਦੀ ਹੈ, ਕਿਉਂਕਿ ਸਹੂਲਤਾਂ, ਕਈ ਇੰਡਸਟਰੀਜ਼ ਇਹੋ ਜਿਹੀਆਂ ਜਿਨ੍ਹਾਂ ਨੂੰ ਇਹ ਫਾਇਦੇ ਹੁੰਦੇ ਨੇ। ਯੂਨੀਵਰਸਿਟੀ ਹੈ ਜਿੱਥੇ, ਉੱਥੇ ਵੀ ਚੰਗਾ ਹੁੰਦਾ। ਪਰ ਇਹ ਗੱਲ ਹੈ ਕਿ ਹੁਣ ਸ਼ਾਇਦ ਆਉਂਦੇ ਸਮੇਂ ਵੱਡੇ ਘਰਾਂ ਦਾ, ਜਿਹੜਾ ਬਹੁਤ ਵੱਡੇ ਘਰਾਂ ਦਾ ਰੁਝਾਨ ਹੈ, ਹੌਲੀ ਹੌਲੀ ਘਟੇਗਾ। ਕਿਉਂਕਿ ਆਪਣੀ ਕਮਿਊਨਿਟੀ, ਜਿਹੜੇ ਲੋਕ ਆਏ ਨੇ, ਖੁੱਲ੍ਹਿਆਂ ਘਰਾਂ 'ਚੋਂ ਆਏ ਆ, 4 ਪੈਸੇ ਵੀ ਸਨ, ਉਹਨਾਂ ਨੇ ਬਣਾ ਲਏ। ਹੁਣ ਉਹ ਕਹਿੰਦੇ ਨੇ ਕਿ ਨਿਆਣੇ 2-4 ਜਿੰਨੇ ਆ ਉਹ ਆਪੋ ਆਪਣੇ ਥਾਂ 'ਤੇ ਚਲੇ ਗਏ, ਹੁਣ ਇਹਨਾਂ ਨੂੰ ਵੇਚ ਕੇ ਛੋਟਾ ਜਿਹਾ ਘਰ ਲੈਣਾ। ਅਤੇ ਅੱਗੇ ਵੀ ਕੁਝ ਇੱਕ ਪ੍ਰੋਫੈਸ਼ਨਲ ਜਿਨ੍ਹਾਂ ਕੋਲ ਹੱਥ ਖੁੱਲ੍ਹਾ, ਉਹ ਕਿੱਤੇ ਮੁਖੀ ਵਾਲੇ ਲੋਕ ਤਾਂ ਜਿੰਨੇ ਮਰਜ਼ੀ ਲੈ ਲੈਣਗੇ, ਜਾਂ ਫਾਰਮ, ਜਿਨ੍ਹਾਂ ਨੇ ਫਾਰਮਿੰਗ ਕਰਨੀ ਹੈ, ਜਿਨ੍ਹਾਂ ਨੂੰ ਪਤਾ ਵੀ ਇਹ ਕੋਈ ਹਾਲਾਂਕਿ ਨਫੇ ਵਾਲਾ ਸੌਦਾ ਨਹੀਂ ਹੈ, ਇਹ ਵੀ ਘਾਟੇ ਵਾਲਾ ਸੌਦਾ ਹੀ ਹੈ। ਹੁਣ ਇਸ ਵੇਲੇ ਜਿਹੜਾ ਹੈ ਚੈਲੰਜ ਬਹੁਤ ਜ਼ਿਆਦਾ ਆ ਰਹੇ ਨੇ। ਇੰਨੀ ਗਰਮੀ ਪਈ ਆ, ਇੰਨੀ ਤੱਤੀ ਲੋ ਵਗੀ ਹੈ, ਇਸ ਤਰ੍ਹਾਂ ਦਾ ਮਾਹੌਲ ਬਣਿਆ, ਪਰ ਫਿਰ ਵੀ ਸਾਡੇ ਲੋਕਾਂ ਨੂੰ ਇਹ ਹੁੰਦਾ ਵੀ ਉੱਥੇ ਆਪਣਾ ਘਰ ਬਣਾ ਲਾਂਗੇ ਅਤੇ ਇਸ ਤਰ੍ਹਾਂ ਰਵਾਂਗੇ। ਸੋ ਇਸ ਕਰਕੇ ਹੌਲੀ ਹੌਲੀ ਛੋਟੇ ਘਰਾਂ ਦਾ ਰੁਝਾਨ ਵੀ ਆ ਰਿਹਾ, ਅਤੇ ਇਸ ਕਰਕੇ ਬਿਲਕੁਲ ਸਹੀ ਕਿ ਵੈਨਕੂਵਰ ਤੋਂ ਚਿਲਾਬੈਕ ਅਤੇ ਹੋਪਵਾਲ ਨੂੰ ਜਿਹੜੀ ਹੈ ਇਹ ਰੁਝਾਨ ਚੱਲਣਾ। ਅਤੇ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਸੁਚੇਤ ਹੋ ਕੇ ਜਿਹੜਾ ਆਪਣੀ ਇਨਵੈਸਟਮੈਂਟ ਕਰੋ, ਜਾਂ ਰਹਿਣ ਵਾਸਤੇ ਵੀ ਇਹ ਕਦਮ ਚੁੱਕੋ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ ਜੀ। ਆਪ ਜੀ ਦਾ ਸ਼ੁਕਰੀਆ, ਅਤੇ ਸਮੂਹ ਦਰਸ਼ਕਾਂ ਦਾ ਇੱਕ ਵਾਰ ਫਿਰ ਤਹਿ ਦਿਲੋਂ ਧੰਨਵਾਦ। ਧੰਨਵਾਦ ਜੀ। ਦੋਸਤੋ, ਡਾਕਟਰ ਗੁਰਵਿੰਦਰ ਸਿੰਘ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਫਿਰ 2 ਹਫ਼ਤੇ ਬਾਅਦ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਆ, ਕੀ ਸਥਿਤੀ ਹੁੰਦੀ ਹੈ, ਕਿਉਂਕਿ ਰੀਅਲ ਸਟੇਟ ਸਾਡਾ ਬਹੁਤ ਮਨ ਭਾਉਂਦਾ ਵਿਸ਼ਾ ਆ। ਇਹਦੇ ਉੱਤੇ ਅਸੀਂ ਅਕਸਰ ਕਿਤੇ ਵੀ 4 ਲੋਕ ਜੁੜਦੇ ਆ, ਗੱਲਾਂ ਬਾਤਾਂ ਕਰਦੇ ਹਾਂ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਮਾਹਰ ਕੋਲੋਂ, ਇੱਕ ਐਕਸਪਰਟ ਕੋਲੋਂ, ਜਿਹੜੇ ਬਹੁਤ ਸਾਰੀਆਂ ਜਿਹੜੀਆਂ ਲਿਸਟਿੰਗਸ ਕਰਦੇ ਆ, ਬਹੁਤ ਸਾਰੀਆਂ ਜਿਹੜੀਆਂ ਕਲੋਜ਼ਿੰਗਸ ਹੁੰਦੀਆਂ, ਉਹ ਤੁਹਾਨੂੰ ਮਾਰਕੀਟ ਬਾਰੇ ਅਸਲ ਦੇ ਵਿੱਚ ਜਾਣਕਾਰੀ ਦੇ ਸਕਣ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।